ਵਿੱਚ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਰਸਨਾ ਤੋਂ ਇੱਕ ਸ਼ਬਦ ਬਖਸ਼ਿਸ਼ ਕੀਤਾ ਹੈ। ਸਵਈਆਂ ਦੀ ਅਰੰਭਤਾ ਵਿੱਚ ਹੈ ਇਹ। ਮਹਾਰਾਜ ਕਹਿੰਦੇ ਨੇ ਕਾਚੀ ਦੇਹ ਮੋਹ ਫੁਨ ਬਾਂਧੀ, 60 ਕਠੋਰ ਕੋਚੀਲ ਕੁਗਿਆਨੀ। ਇਹ ਸਰੀਰ ਜਿਹੜਾ ਹੈ ਨਾ ਸਾਧ ਸੰਗਤ, ਇਹਨੂੰ ਮਹਾਰਾਜ ਕਹਿੰਦੇ ਕੱਚੀ ਦੇਹ ਹੈ। ਕੱਚੀ ਕਿਵੇਂ ਹੈ? ਸਤਿਗੁਰੂ ਕਹਿੰਦੇ ਜਿਵੇਂ ਰੇਤੇ ਦੀ ਕੰਧ ਹੋਵੇ। ਜਿਵੇਂ ਬੱਚੇ ਦਰਿਆ ਦੇ ਨਦੀ ਦੇ ਕੰਢੇ ਤੇ ਖੇਡਾਂ ਖੇਡਦੇ ਨੇ ਬਚਪਨ ਵਿੱਚ, ਔਰ ਉਹ ਬੱਚੇ ਕੀ ਕਰਦੇ ਨੇ, ਰੇਤੇ ਦੇ ਘਰ ਬਣਾਉਣੇ ਸ਼ੁਰੂ ਕਰ ਦਿੰਦੇ ਨੇ। ਤੇ ਜੇ ਕਿਸੇ ਨੇ ਅਣਜਾਣ ਪੁਰਸ਼ ਨੇ ਰੇਤੇ ਦੀ ਕੰਧ ਬਣਾ ਲਈ ਹੋਵੇ ਤੇ ਉਹ ਜਦੋਂ ਧੁੱਪ ਪੈਂਦੀ ਹੈ ਫਿਰ ਉਹ ਰੇਤਾ ਝੜ ਜਾਂਦਾ ਹੈ ਤੇ ਡਿੱਗ ਪੈਂਦੀ ਹੈ। ਬਾਰੂ ਕੀ ਭੀਤ ਜੈਸੇ, ਮਹਾਰਾਜ ਕਹਿੰਦੇ ਜਿਵੇਂ ਬਾਰੂ ਰੇਤੇ ਦੀ ਕੰਧ ਹੋਵੇ, ਇੱਦਾਂ ਦਾ ਹੀ ਇਹ ਸਰੀਰ ਹੈ, ਕਾਚੀ ਦੇਹ। ਪਰ ਇਹ ਬੱਧੀ ਕਿੱਦਾਂ ਹੋਈ ਹੈ ਤਾਂ ਕੱਚਾ ਹੈ, ਜਿਵੇਂ ਰੇਤੇ ਦਾ ਹੋਵੇ। ਜਿਵੇਂ ਅਸੀਂ ਰੇਤਾ ਮਿਲਾ ਕਰਕੇ, ਕੰਕਰੀਟ ਮਿਲਾ ਕੇ ਵਿੱਚ ਸੀਮਿੰਟ ਪਾ ਦਿੰਦੇ ਤੇ ਉਹ ਪੱਕਾ ਬਣ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਇਹ ਸਰੀਰ ਦੀ ਕੱਚੀ ਕਾਇਆ ਜਿਹੜੀ ਹੈ, ਇਹ ਬੰਨੀ ਕਿਸ ਨੇ ਹੈ? ਕਾਚੀ ਦੇਹ ਮੋਹ ਫੁਨ ਬਾਂਧੀ। ਮੋਹ ਦੇ ਨਾਲ ਇਹਨੂੰ ਜਕੜਿਆ ਹੈ ਬੰਦੇ ਨੇ, ਮੋਹ ਕਰਕੇ ਬੰਧਨ ਵਿੱਚ ਬੱਧਾ ਹੈ। ਤੇ ਫਿਰ ਮਹਾਰਾਜ ਕਹਿੰਦੇ 60 ਕਠੋਰ ਕੁਚੀਲ ਕੋ ਗਿਆਨੀ। ਇਹਦੇ ਵਿੱਚ ਦੋਸ਼ ਕਿਹੜੇ ਕਿਹੜੇ ਨੇ? 60 ਨਾਮ ਹੈ ਮੂਰਖਤਾਈ ਦਾ, ਤੇ ਹਿਰਦੇ ਤੋਂ ਬਹੁਤ ਜ਼ਿਆਦਾ ਕਠੋਰ ਹੈ। ਦਇਆ ਭੋਰਾ ਵੀ ਇਹਦੇ ਹਿਰਦੇ ਵਿੱਚ ਨਹੀਂ ਹੈ। ਕੁਚੀਲ ਅਪਵਿੱਤਰ ਹੈ ਸ਼ੁਭ ਕਰਮਾਂ ਤੋਂ। ਕੋ ਗਿਆਨੀ, ਗਿਆਨ ਤਾਂ ਹੈ ਨਹੀਂ ਧਰਮ ਦਾ ਤੇ ਤਰਕਾਂ ਕਰਦਾ ਹੈ। ਇਹ ਸਾਡੇ ਤੇ ਸਾਧ ਸੰਗਤ ਸ਼ਬਦ ਢੁੱਕ ਜਾਂਦਾ ਹੈ। ਅਸੀਂ ਸਾਰੀ ਉਮਰ ਗਲਤ ਤਰ੍ਹਾਂ ਦੇ ਆਪਣੇ ਮਨ ਦੇ ਵਿੱਚ ਸਵਾਲ ਲੈ ਕਰਕੇ, ਤਰ੍ਹਾਂ ਤਰ੍ਹਾਂ ਦੀਆਂ ਤਰਕਾਂ ਲੈ ਕਰਕੇ ਜ਼ਿੰਦਗੀ ਜਿਉਂਦੇ ਹਾਂ। ਅੱਛਾ, ਇਹ ਸਰੀਰ ਕੱਚਾ ਕਿਵੇਂ ਹੈ? ਸਾਰੀ ਉਮਰ ਨਹੀਂ ਪਤਾ ਲੱਗਦਾ ਕਿ ਇਹ ਕੱਚਾ ਹੈ ਕਿ ਪੱਕਾ ਹੈ। ਸਤਿਗੁਰੂ ਕਹਿੰਦੇ ਨੇ ਕੱਚਾ ਤੇ ਇਸ ਤਰ੍ਹਾਂ ਹੈ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ। ਕਾਲ ਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਦੇ ਵਿੱਚ ਜ਼ਿਕਰ ਕੀਤਾ ਰਸਨਾ ਤੋਂ, ਬੜਾ ਸੋਹਣਾ ਫਰਮਾਨ ਕੀਤਾ ਹੈ। ਕਹਿੰਦੇ ਜਿਵੇਂ ਅੰਮ੍ਰਿਤ ਵੇਲੇ ਤੁਸੀਂ ਉੱਠੋ, ਪੌ ਫਟਾਲਾ ਹੋ ਜਾਂਦਾ, ਉਸ ਤੋਂ ਬਾਅਦ ਸਮਾਂ ਇੱਦਾਂ ਆਉਂਦਾ ਕਿ ਨਾ ਤਾਂ ਅਜੇ ਸੂਰਜ ਚੜ੍ਹਿਆ ਹੁੰਦਾ ਤੇ ਨਾ ਹੀ ਅਜੇ ਬਾਕੀ ਸਾਡੇ ਕੋਲ ਨਾ ਰਾਤ ਹੈ ਤੇ ਨਾ ਦਿਨ ਹੈ, ਪਰ ਚਾਨਣ ਹੈ। ਸੂਰਜ ਦਿਸ ਨਹੀਂ ਰਿਹਾ ਧਰਤੀ ਤੇ, ਉਹਦੀ ਕੋਈ ਕਿਰਨ ਨਹੀਂ ਪੈ ਰਹੀ, ਤੇ ਰਾਤ ਦੀ ਕੋਈ ਹਸਤੀ ਨਹੀਂ ਹੈ ਜੀ, ਰਾਤ ਵੀ ਛਿਪ ਗਈ ਹੈ। ਤਾਂ ਕਬੀਰ ਸਾਹਿਬ ਜੀ ਨੇ ਉਸੇ ਵੇਲੇ ਦਾ ਦ੍ਰਿਸ਼ਟਾਂਤ ਬਣ ਕਰਕੇ ਸਮਝਾਇਆ। ਕਹਿਣ ਲੱਗੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ। ਜਦੋਂ ਇੱਕ ਵੀ ਕਿਰਨ ਜਿਹੜੀ ਹੈ ਉਹ ਧਰਤੀ ਤੇ ਪੈ ਗਈ, ਭਾਵ ਕਿ ਸੂਰਜ ਚੜ੍ਹ ਆਇਆ, ਤਾਂ ਉਹ ਸਮਾਂ ਫਿਰ ਵੰਡਿਆ ਗਿਆ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ। 12 ਘੰਟਿਆਂ ਦਾ ਦਿਨ ਹੈ। ਪੰਜਾਬੀ ਵਿੱਚ ਕਹਿ ਲਓ ਤੇ 4 ਪਹਿਰ ਦਿਨ ਦੇ ਨੇ ਤੇ 4 ਹੀ ਰਾਤ ਨੇ, ਇਹਨੂੰ ਕਹਿੰਦੇ ਨੇ 8 ਪਹਿਰਾ। ਜਦੋਂ ਸੂਰਜ ਚੜ੍ਹ ਆਇਆ ਤੇ 8 ਪਹਿਰਾਂ ਵਿੱਚ ਦਿਨ ਵੰਡਿਆ ਗਿਆ। 3 ਪਹਿਰ ਨਿਕਲ ਗਏ, 2 ਰਹਿ ਗਏ, 1 ਰਹਿ ਗਿਆ। ਫਿਰ ਕੀ ਹੈ? ਘੜੀਆਂ ਦੇ ਵਿੱਚ 1 ਘੜੀ 24.5 ਮਿੰਟ ਦੀ ਹੈ। ਕਹਿੰਦੇ ਇੱਦਾਂ ਹੀ ਬੰਦੇ ਦਾ ਜੀਵਨ ਹੈ। ਜਦੋਂ ਦੇ ਮਾਤਾ ਦੇ ਗਰਭ ਦੇ ਵਿੱਚ ਅਜੇ ਜਨਮ ਨਹੀਂ ਹੋਇਆ ਤੇ ਉਦੋਂ ਹੈ ਇਹਦਾ ਜੀਵਨ ਪੂਰਾ। ਤੇ ਜਦੋਂ ਇਹਦਾ ਜਨਮ ਹੋ ਗਿਆ, ਇੱਕ ਵੀ ਸਵਾਸ ਇਹਨੇ ਮਾਤਾ ਦੇ ਗਰਭ ਤੋਂ ਬਾਹਰ ਆ ਕੇ ਲੈ ਗਿਆ ਤੇ ਇਹ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ।
ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ। ਹੁਣ ਉਮਰਾਂ ਘਟਣ ਲੱਗ ਪਈ ਹੈ। ਬੰਦਾ ਜਦੋਂ ਜਨਮ ਕੋਈ ਲੈਂਦਾ ਹੈ, ਬਚਪਨ ਵਿੱਚ ਕੋਈ ਬੇਟਾ ਕੋਈ ਬੱਚੀ, ਤਾਂ ਅਸੀਂ ਦਿਨ ਗਿਣਨੇ ਸ਼ੁਰੂ ਕਰ ਦਿੰਦੇ ਹਾਂ। ਅੱਜ 5 ਦਿਨਾਂ ਦਾ ਹੋ ਗਿਆ ਹੈ, ਅੱਜ 1 ਮਹੀਨੇ ਦਾ ਹੋ ਗਿਆ, 1.25 ਮਹੀਨੇ ਦਾ ਹੋ ਗਿਆ, ਸਾਲ ਦਾ ਹੋ ਗਿਆ, 2 ਸਾਲ ਦਾ ਹੋ ਗਿਆ। ਅਤੇ ਉਸੇ ਤਰ੍ਹਾਂ ਹੀ ਅਸੀਂ ਫਿਰ ਉਹਦੇ ਜਨਮ ਦਿਨ ਵੀ ਮਨਾਉਂਦੇ ਹਾਂ, 1 ਸਾਲ ਦਾ, 2 ਸਾਲ ਦਾ। ਬੰਦਾ ਕੀ ਹੈ, ਖੁਸ਼ੀ ਦੇ ਵਿੱਚ ਜ਼ਿਆਦਾ ਪਕੜ ਬਣਾ ਕੇ ਰੱਖਦਾ ਹੈ। ਅਤੇ ਮਹਾਰਾਜ ਨੇ ਕਹਿ ਦਿੱਤਾ, ਕਾਚੀ ਦੇਹ ਮੋਹ ਫੁਨ ਬਾਂਦੀ। ਮੋਹ ਨਾਲ ਬੱਝੀ ਹੋਈ ਦੇਹ ਹੈ। ਬੱਚਿਆਂ ਦਾ ਮੋਹ, ਪਰਿਵਾਰ ਦਾ ਮੋਹ। ਤਾਂ ਜਦੋਂ ਮਾਤਾ ਜਿਹੜੀ ਕਬੀਰ ਸਾਹਿਬ ਜੀ ਕਹਿੰਦੇ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ। ਮਾਤਾ ਕਹਿੰਦੀ ਮੇਰਾ ਬੱਚਾ ਜਵਾਨ ਹੋ ਰਿਹਾ ਹੈ, ਇਹਦੀ ਉਮਰ ਵੱਧਦੀ ਰਹੀ ਹੈ, 2 ਸਾਲ ਦਾ ਹੋ ਗਿਆ, 4 ਦਾ ਹੋ ਗਿਆ ਹੈ, ਪਰ ਇਹ ਨਹੀਂ ਜਾਣਦੀ ਕਿ ਇਹਦੀ ਉਮਰ ਜਿਹੜੀ ਹੈ ਦਿਨ ਦਿਨ ਅਵਧ ਘਟਤ ਹੈ। ਉਹ ਤਾਂ ਦਿਨ ਦਿਨ ਘਟਦਾ ਪਿਆ ਹੈ, ਕਾਲ ਵੱਲ ਨੂੰ ਵੱਧ ਰਿਹਾ ਹੈ। ਤੇ ਨਾਮ ਫਿਰ ਕਿਹੜੇ ਦਿੰਦੀ ਹੈ? ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸਰ। ਬੱਚੇ ਦਾ ਨਾਮ ਕਦੀ ਮੋਰ, ਇਹ ਮੇਰਾ ਲਾਲਾ, ਇਹ ਮੇਰਾ, ਕਈ ਪ੍ਰਕਾਰ ਦੇ ਲਾਡ ਵਿੱਚ ਨਾਮ ਰੱਖ ਦਿੰਦੀ ਹੈ। ਤੇ ਜਮ ਜਿਹੜਾ ਹੈ ਉਹ ਵੇਖ ਕੇ ਹੱਸਦਾ ਹੈ ਕਿ ਮਾਤਾ ਤੂੰ ਕਿੰਨੀ ਮੋਹ ਦੇ ਵਿੱਚ ਭੋਲੀ ਬਣੀ ਹੋਈ ਹੈ, ਕਿੰਨੀ ਤੂੰ ਇਸ ਕੱਚੀ ਕਾਇਆ ਨੂੰ ਮੋਹ ਦੇ ਵਿੱਚ ਬੰਨ੍ਹ ਦਿੱਤਾ ਹੈ ਆਪਣੇ ਪੁੱਤਰ ਦੇ ਨੂੰ। ਇਹ ਮੇਰੇ ਕੋਲ ਹੀ ਆਉਣਾ ਹੈ, ਇਹਨੇ ਇੱਥੇ ਨਹੀਂ ਬੈਠਾ ਰਹਿਣਾ ਸਾਰੀ ਉਮਰ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ, ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿ ਹੈ ਮਾਇਆ। ਮੋਹਿਆ ਹੈ ਮਾਇਆ, ਜੇ ਇਹ ਕਿਵੇਂ ਇਹਨੂੰ ਪਹਿਚਾਣ ਆ ਜਾਏ ਜਦੋਂ ਮਾਇਆ ਨੇ ਮੋਹ ਲਿਆ ਹੈ ਇਸ ਨੂੰ ਸੰਸਾਰ ਵਿੱਚ। ਤੇ ਕਬੀਰ ਸਾਹਿਬ ਕਹਿੰਦੇ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ, ਕਾਲ ਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਕਿਹੜੀ ਵਿਧੀ ਬਣਾਏਗਾ ਤੂੰ ਬਚਣ ਵਾਸਤੇ? ਕਾਲ ਤੋਂ ਮੌਤ ਆ ਜਾਣੀ ਹੈ ਇੱਕ ਦਿਨ। ਗੁਰੂ ਸਾਹਿਬ ਜੀ ਦਾ ਗਿਆਨ ਬੜਾ ਸਾਧ ਸੰਗਤ ਜੀ ਉੱਤਮ ਹੈ। ਮਹਾਰਾਜ ਕਹਿੰਦੇ, ਕਾਚੀ ਦੇਹ ਮੋਹ ਫੁਨ ਬਾਂਦੀ। ਮੋਹ ਵਿੱਚ ਸਰੀਰ ਨੂੰ ਬੰਦੇ ਨੇ ਬੰਨ੍ਹ ਲੈਣਾ ਕੀਤਾ ਹੈ। ਤੇ 60 ਕਠੋਰ ਕੋ ਚੀਲ ਕੋ ਗਿਆਨੀ, ਧਾਵਤ ਭ੍ਰਮਤ ਰਹਿਨ ਨਹੀਂ ਪਾਵਨ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਬੰਦਾ ਸਾਰੀ ਉਮਰ ਸਾਧ ਸੰਗਤ ਜੀ ਇੱਧਰ ਦੌੜਦਾ ਹੈ, ਕਦੀ ਕਿਤੇ ਭਰਮਦਾ ਹੈ। ਸਤਿਗੁਰੂ ਕਹਿੰਦੇ ਰਹਿ ਨਹੀਂ ਸਕੇਗਾ ਸਦਾ ਚਿਰ। ਇਸ ਦੁਨੀਆ ਦੇ ਵਿੱਚ ਤੇਰਾ ਸਦੀਵ ਕਾਲ ਦਾ ਟਿਕਾਣਾ ਕੋਈ ਨਹੀਂ ਹੈ। ਤੂੰ ਪਰਮੇਸ਼ਰ ਦੀ ਗਤ ਨੂੰ, ਉਹਨੂੰ ਮਿਲਣ ਦੀ ਮਰਜ਼ਾਦਾ ਨੂੰ ਅਜੇ ਤੱਕ ਸਮਝ ਹੀ ਨਹੀਂ ਪਾਇਆ। ਔਰ ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬੜੋ ਅਭਿਮਾਨੀ। ਜੋਬਨ ਦੇ ਵਿੱਚ ਜਵਾਨੀ ਜਦੋਂ ਆਉਂਦੀ ਹੈ ਬੰਦੇ ਦੇ, ਫਿਰ ਨਸ਼ਾ ਜਿਹਾ ਹੋ ਜਾਂਦਾ ਇਸ ਨੂੰ। ਤੇ ਫਿਰ ਉੱਪਰੋਂ ਜਦੋਂ ਰੂਪ ਹੋਵੇ, ਜ਼ਿਆਦਾ ਸੋਹਣਾ ਹੋਵੇ, ਤੇ ਤਾਂ ਵੀ ਹੰਕਾਰਿਆ। ਮਾਇਆ ਦੇ ਨਸ਼ੇ ਵਿੱਚ ਮਾਇਆ ਮਦ ਮਾਤਾ, ਮਹਾਰਾਜ ਕਹਿੰਦੇ ਨੇ ਫਿਰ ਇਹ ਮਾਇਆ ਦੇ ਹੰਕਾਰ ਦੇ ਵਿੱਚ ਜਿਸ ਬੰਦੇ ਕੋਲ ਜਵਾਨੀ ਹੈ, ਸੁਹੱਪਣ ਹੈ, ਤੇ ਮਾਇਆ ਹੋਵੇ, ਅਮੀਰੀ ਹੋਵੇ, ਉਹ ਕਦੇ ਰੱਬ ਵਾਲੇ ਪਾਸੇ ਬਹੁਤ ਘੱਟ ਜੁੜਦੇ ਨੇ। ਤੁਸੀਂ ਇਹ ਗੱਲ ਨੂੰ ਨੋਟ ਕਰ ਲਿਓ। ਜਾਂ ਤਾਂ ਗੁਰਮੁਖ ਹੋਵੇ ਤੇ ਬਚ ਸਕਦਾ ਇਹਨਾਂ ਤੋਂ, ਨਹੀਂ ਤਾਂ ਬਹੁਤ ਜ਼ਿਆਦਾ ਲੋਕ ਸਾਧ ਸੰਗਤ ਦੀ ਜਵਾਨੀ ਵਿੱਚ ਧਰਮ ਦੇ ਨਾਲ ਨਹੀਂ ਜੁੜਦੇ। ਮਾਇਆ ਦਾ ਹੰਕਾਰ ਹੁੰਦਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ 4, ਪੱਬਣ ਕੇਰੇ ਪਤ ਜਿਉ ਢਲ ਢੁਲ ਜੁਮਣ ਹਾਰ, ਰੰਗ ਮਾਨ ਲੈ ਪਿਆਰਿਆ ਜਬ ਜੋਬਨ ਨਾ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਥੋੜੇ ਦਿਨਾਂ ਦਾ ਹੀ ਪ੍ਰਾਹੁਣਾ ਹੈ ਤੂੰ, ਇਹ ਚੋਲਾ ਤੇਰਾ ਪੁਰਾਣਾ ਹੋ ਜਾਣਾ ਹੈ। ਆਹ ਜਵਾਨੀ ਦਾ ਹੰਕਾਰ ਨਾ ਕਰਿਆ ਕਰ, ਕਿਉਂਕਿ ਧਨ ਜੋਬਨ ਅਰ ਫੁੱਲੜਾ, ਨਾ ਤਾਂ ਜਵਾਨੀ ਸਦਾ ਰਹਿੰਦੀ ਹੈ, ਨਾ ਅਮੀਰੀ ਸਦਾ ਰਹਿੰਦੀ ਹੈ। ਮਾਇਆ ਦਾ ਕੋਈ ਪਤਾ ਨਹੀਂ ਕਦੋਂ ਚਲੀ ਜਾਣੀ ਹੈ। ਨਾ ਖਿੜੇ ਹੋਏ ਫੁੱਲ, ਨਾਠੀ ਅੜੇ ਦਿਨ 4, ਤੇ ਪ੍ਰਾਹੁਣੇ ਜਿਹੜੇ ਹਨ ਇਹ 4 ਦਿਨਾਂ ਦੇ ਹੀ ਪ੍ਰਾਹੁਣੇ ਹੋਇਆ ਕਰਦੇ ਨੇ। ਰਿਸ਼ਤੇਦਾਰ
4 ਦਿਨ ਹੀ ਠਹਿਰਦੇ ਨੇ ਵੱਧ ਤੋਂ ਵੱਧ, ਹੁਣ ਤੇ 4 ਘੰਟਿਆਂ ਦਾ ਹੀ ਸਮਾਂ ਲੈ ਕੇ ਆਉਂਦੇ ਨੇ। ਇਹ ਸਭ ਚਲੇ ਜਾਂਦੇ ਨੇ, ਇਹ ਪੁਰਾਣਾ ਹੋ ਜਾਵੇਗਾ ਤੇਰਾ ਚਵੜਾ। ਤਾਂ ਮਹਾਰਾਜ ਕਹਿੰਦੇ ਨੇ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬੜੋ ਅਲਮਾਨੀ। ਹੰਕਾਰ ਦੇ ਵਿੱਚ ਇਹ ਬੰਦਾ ਵਿਚਰਦਾ ਰਹਿੰਦਾ ਸਾਰਾ ਜੀਵਨ ਭਰ। ਫਿਰ ਇਸ ਤੋਂ ਅਗਲੀ ਅਵਸਥਾ ਕੀ ਆਉਂਦੀ ਹੈ ਸਾਧ ਸੰਗਤ ਜੀ? ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ। ਹੋਣੇ ਬੜੀਆਂ ਵਲਛਲ ਠਗੀਆਂ ਵੀ ਲੋਕਾਂ ਨਾਲ ਮਾਰ ਲੈਂਦਾ ਹੈ ਔਰ ਕਹਿੰਦਾ ਕਿ ਸ਼ਾਇਦ ਮੈਨੂੰ ਰੱਬ ਦੇਖਦਾ ਨਹੀਂ ਪਿਆ। ਪਰ ਪਰਮੇਸ਼ਰ ਜਿਹੜਾ ਹੈ, ਵਾਹਿਗੁਰੂ ਸਾਹਿਬ ਜਿਹੜੇ ਨੇ, ਉਹ ਸਾਰਾ ਕੁਝ ਹੀ ਜਾਣਦੇ ਹਨ। ਕੱਚੀ ਦੇਹ ਹੈ ਤੇ ਸਦਾ ਚਿਰ ਵਾਸਤੇ ਰਹਿਣ ਦਾ ਸਾਧ ਸੰਗਤ ਜੀ ਵਾਅਦਾ ਸਰੀਰ ਨਾਲ ਕਰ ਲਿਆ ਕਿ ਸ਼ਾਇਦ ਸਦਾ ਹੀ ਇਹ ਬਣੀ ਰਹਿਣੀ ਹੈ। ਸਤਿਗੁਰੂ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਬੜਾ ਸੁੰਦਰ। ਮਹਾਰਾਜ ਕਹਿੰਦੇ ਅਵਰ ਪੰਚ ਹਮ ਏਕ ਜਣਾ ਕਿਉ ਰਾਖੋਂ ਘਰ ਬਾਰ ਮਨਾ। ਮਾਰੇ ਲੂਟੈ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਣਾ। ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਿਖਮ ਕਰਨਾ। ਸਤਿਗੁਰੂ ਕਹਿੰਦੇ ਮੈਂ ਇਕੱਲਾ ਤੇ ਵਿਕਾਰ 5 ਨੇ ਕਾਮ ਕ੍ਰੋਧ ਆਦਿ। ਇਹ ਰੋਜ਼ ਰੋਜ਼ ਬੰਦੇ ਦੀ ਦੈਵੀ ਸੰਪਦਾ ਧਰਮ ਤੋਂ ਦੂਰ ਕਰਦੇ ਨੇ, ਲੁੱਟਦੇ ਰਹਿੰਦੇ ਹਨ। ਇਹ ਪਰਮੇਸ਼ਰ ਨਾਲ ਜੁੜਨ ਨਹੀਂ ਦਿੰਦੇ। ਤੇ ਸਤਿਗੁਰੂ ਕਹਿੰਦੇ ਮੇਰੇ ਮਨਾ ਸ੍ਰੀ ਰਾਮ ਨਾਮਾ ਉਚਰ ਮਨਾ। ਪਰਮੇਸ਼ਰ ਦਾ ਨਾਮ ਜਪਿਆ ਕਰ ਕਿਉਂਕਿ ਆਗੇ ਜਮਦਲ ਬਿਖਮ ਘਣਾ। ਅੱਗੇ ਜਮਾਂ ਦਾ ਦਲ ਬੜਾ ਕਰੜਾ ਹੈ, ਉਹ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਉਹ ਤੈਨੂੰ ਵੀ ਫੜ ਲੈਣਗੇ। ਪਰ ਬੰਦਾ ਹਮੇਸ਼ਾ ਇੱਥੇ ਸਤਿਗੁਰੂ ਕਹਿ ਰਹੇ ਨੇ ਬਲ ਬੰਚ ਛਪ ਕਰਤ ਉਪਾਵਾ। ਬੜੇ ਵਲਛਲ ਕਰਦਾ, ਵਿਕਾਰਾਂ ਵਿੱਚ ਰਹਿੰਦਾ ਹੈ, ਪੰਜਾਂ ਦਾ ਠੱਗਿਆ ਜਾ ਰਿਹਾ ਹੈ। ਪਰਮੇਸ਼ਰ ਚੇਤੇ ਨਹੀਂ ਹੈ। ਹੁਣ ਕੀ ਕਰਦੀ ਹੈ ਇਹ ਜੀਵ ਰੂਪੀ ਇਸਤਰੀ? ਉਸਾਰ ਮੜੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤਨ। ਸਰੀਰ ਰੂਪੀ ਮੜੋਲੀ ਮੜਾ ਸਾਜ ਕਰਕੇ ਵਿੱਚ ਬੈਠੀ ਹੈ ਜੀਵ ਆਤਮਾ। ਪੰਜਾਂ ਦਾ ਕਰ ਲਿਆ ਹੈ ਸੰਗ ਕਾਮ ਕ੍ਰੋਧ ਦਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਣ ਸੋ ਪੰਚ ਜਨ। ਇੱਕ ਇਹ ਜੀਵ ਜਿਹੜਾ ਹੈ ਅੰਮ੍ਰਿਤ ਕੇਲ, ਸਰੀਰ ਨੂੰ ਸੱਚਾ ਮੰਨ ਕਰਕੇ ਵਿਕਾਰ ਕਰਦਾ, ਗਲਤ ਕੰਮ ਕਰਦਾ ਹੈ ਕਿ ਸਦਾ ਚਿਰ ਰਹਿਣਾ ਹੈ। ਭਰੋਸਾ ਕਰ ਲਿਆ ਨਾ, ਜਿਵੇਂ ਮਛਲੀ ਪਾਣੀ ਦੇ ਵਿੱਚ ਰਹਿੰਦੀ ਹੋਈ। ਮੱਛੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹੋ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ। ਕੀਤੇ ਕਾਰਨ ਪਕੜੀ ਕਾਲ ਨਾ ਟਲੇ ਸਿਰਾਹੋ। ਮੱਛੀ ਜਿਹੜੀ ਉਹ ਪਾਣੀ ਵਿੱਚ ਰਹਿੰਦੀ ਹੋਈ ਕਹਿੰਦੀ ਮੌਤ ਦਾ ਇੱਥੇ ਕੋਈ ਡਰ ਨਹੀਂ ਹੈ। ਸ਼ਿਕਾਰੀ ਨੇ ਕੀ ਕੀਤਾ? ਮਛੇਰੇ ਨੇ ਜਾਲ ਪਾਇਆ ਤੇ ਫੜ ਲਈ ਹੈ। ਮਹਾਰਾਜ ਕਹਿੰਦੇ ਭਰੋਸਾ ਕਿਉਂ ਕੀਤਾ ਇਸ ਦਾ? ਕੀਤੇ ਕਾਰਨ ਪਕੜੀ, ਯਤਨ ਕਰ ਲਿਆ ਕੋਈ ਇਸ ਤਰ੍ਹਾਂ ਦਾ, ਉਹਨੇ ਕਾਰਨ ਬਣਾ ਲਿਆ ਤੇ ਫੜ ਲਿਆ ਹੈ। ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ। ਜਿਵੇਂ ਮੱਛੀ ਉਸੇ ਤਰ੍ਹਾਂ ਹੀ ਇਹ ਬੰਦਾ ਹੈ। ਮਹਾਰਾਜ ਨੇ ਬਰਾਬਰਤਾ ਕਹਿ ਦਿੱਤੀ ਹੈ। ਇੱਥੇ ਹੁਣ ਕਹਿ ਰਿਹਾ ਹੈ ਮਹਾਰਾਜ ਕਹਿੰਦੇ ਬਲ ਬੰਚ ਛਪ ਕਰਤ ਉਪਾਵਾ। ਬੰਦਾ ਕੀ ਕਹਿ ਰਿਹਾ ਹੈ ਕਿ ਮੈਂ ਲੁਕਿਆ ਹਾਂ ਪਰਮਾਤਮਾ ਤੋਂ, ਮੈਨੂੰ ਕੋਈ ਨਹੀਂ ਦੇਖਦਾ, ਗਲਤ ਕੰਮ ਕਰਦਾ ਹੈ। ਤੇ ਇਸ ਪੰਕਤੀ ਵਿੱਚ ਜਿਹੜਾ ਸ਼ਬਦ ਮੈਂ ਨਾਲ ਤੁਹਾਨੂੰ ਪ੍ਰਮਾਣ ਦੇ ਤੌਰ ਤੇ ਦੱਸ ਰਿਹਾ ਹਾਂ, ਮਹਾਰਾਜ ਕਹਿੰਦੇ ਨੇ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਣ ਸੋ ਪੰਚ ਜਣਾ। ਆਪ ਤਾਂ ਅੰਮ੍ਰਿਤ ਕੇਲ ਕਰਦੀ ਹੈ, ਵਿਕਾਰ ਕਰਦੀ ਜਿਹੜੇ 5 ਨੇ ਉਹ ਇਹਨੂੰ ਲੁੱਟੀ ਜਾ ਰਹੇ ਹਨ। ਹੁਣ ਹਾਲਤ ਕੀ ਬਣ ਗਈ ਹੈ? ਜੰਮ ਡੰਡਾ ਗਲ ਸੰਗਲ ਪੜਿਆ ਭਾਜ ਭਾਜ ਗਏ ਸੇ ਅਵਰ ਜਣਾ। ਜਿਹੜੇ 5 ਵਿਕਾਰ ਸੀ ਉਹ ਤੇ ਭੱਜ ਗਏ, ਉਹਨਾਂ ਨੇ ਸੰਸਾਰ ਦੇ ਵਿੱਚ ਇਹਨੂੰ ਲੁੱਟ ਲਿਆ। ਫਿਰ ਪ੍ਰਮਾਤਮਾ ਦੇ ਘਰ ਤੱਕ ਨਹੀਂ ਉਹ ਪਹੁੰਚੇ ਇਹਦੇ ਨਾਲ, ਉਹ ਨੱਠ ਗਏ ਨੇ ਇਹਦੇ ਤੋਂ। ਤੇ ਇਹ ਇਕੱਲੀ ਜਿਹੜੀ ਹੈ ਪਕੜੀ ਗਈ ਹੈ। ਹੁਣ ਇਹਦਾ ਸਰੀਰ ਰੂਪੀ ਜਿਹੜਾ ਮੜੋਲੀ ਸੀ ਇਹ ਭੰਨ ਦਿੱਤਾ ਹੈ। ਢਾਹੇ ਮੜੋਲੀ ਲੂਟਿਆ ਦੋਹਰਾ ਸਾ ਧਨ ਪਕੜੀ ਏਕ ਜਣਾ। ਇਹ ਪਕੜੀ ਗਈ ਹੈ ਕੱਲੀ ਦੀ ਕੱਲੀ, ਬਾਕੀ ਭੱਜ ਗਏ ਹਨ ਸਾਰੇ। ਤੇ ਹੁਣ ਪਛਤਾਉਂਦੀ ਹੈ ਜਦੋਂ ਸਿਰ ਦੇ ਵਿੱਚ ਜਮਾਂ ਦਾ ਡੰਡਾ ਲੱਗਿਆ, ਦੁੱਖ ਹੋਇਆ।
ਇਵੇਂ ਇਹ ਆਪਣੇ ਸਰੀਰ ਨੂੰ ਅਮਰ ਸਮਝ ਲਿਆ ਹੈ, ਸਦਾ ਚਿਰ ਸਮਝ ਲਿਆ ਹੈ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਨੇ ਤੈਨੂੰ ਸਵਾਸ ਗਿਣ ਕੇ ਦਿੱਤੇ ਨੇ, ਉਮਰ ਗਿਣ ਕੇ ਨਹੀਂ ਦਿੱਤੀ। ਇਹ ਤਾਂ ਪਰਮੇਸ਼ਰ ਦੀ ਰਜ਼ਾ ਹੈ ਵਾਹਿਗੁਰੂ ਸਾਹਿਬ ਦੀ ਕਿ ਕਦੋਂ ਉਹਨੇ ਤੈਨੂੰ ਲੈ ਜਾਣਾ ਹੈ। ਇਹ ਤਾਂ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾਉਂਦੇ ਸਤਿਗੁਰੂ ਕਹਿੰਦੇ ਨੇ ਹਰੀ ਨਾਹੀ ਨੈ ਡਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਈਆਰ। ਜਾ ਹੋਆ ਹੁਕਮ ਕਿਰਸਾਨ ਦਾ ਲੁਣ ਮਿਲਿਆ ਖੇਤਾਰ। ਜਿਹੜਾ ਖੇਤ ਸੀ ਇਹ ਪਰਮੇਸ਼ਰ ਵਾਹਿਗੁਰੂ ਰੂਪੀ ਕਿਸਾਨ ਦੀ ਖੇਤੀ ਹੈ। ਸਰੀਰ ਸੰਸਾਰ ਜਿਹੜਾ ਹੈ ਇਹ ਕਿਸਾਨ ਦੀ ਮਰਜ਼ੀ ਹੈ ਕਿ ਕੱਚੀ ਫਸਲ ਵੱਢ ਲੇ, ਫਲ ਤੇ ਆਈ ਹੋਈ ਵੱਢ ਲਵੇ ਜਾਂ ਪਕਾ ਕੇ ਵੱਢ ਲਵੇ। ਪਰਮੇਸ਼ਰ ਭਾਵੇਂ ਬਚਪਨ 'ਚ ਹੀ ਲੈ ਜਾਵੇ, ਜਵਾਨੀ ਵਿੱਚ ਲੈ ਜਾਵੇ, ਜਵਾਨੀ ਤੋਂ ਥੋੜ੍ਹੀ ਜਿਹੀ ਵੱਡੀ ਅਵਸਥਾ 40 50 ਸਾਲ 60 ਸਾਲ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਲੈ ਜਾਏ, ਇਹ ਉਹਦੀ ਰਜ਼ਾ ਹੈ। ਕਿਉਂਕਿ ਨਨ ਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲਸਾਰ। ਸਾਰੇ ਸਵਾਸ ਗਿਣ ਕਰਕੇ ਦਿੱਤੇ ਹਨ, ਇੱਕ ਤਿਲ ਮਾਤਰ ਵੀ ਇਹਦੇ ਨਾ ਘਟਣਗੇ ਤੇ ਨਾ ਵੱਧ ਸਕਦੇ ਨੇ। ਜੇ ਪਰਮੇਸ਼ਰ ਦੀ ਰਜ਼ਾ ਨਹੀਂ ਹੈ ਤੇ ਇਹਨੂੰ ਕੋਈ ਮਾਰ ਨਹੀਂ ਸਕਦਾ, ਤੇ ਜੇ ਉਹਦਾ ਹੁਕਮ ਇਹ ਵਰਤਿਆ ਕਿ ਇਹਦੀ ਮ੍ਰਿਤੂ ਹੈ ਤੇ ਕੋਈ ਬਚਾ ਨਹੀਂ ਸਕਦਾ। ਕੋਈ ਤਾਕਤ ਨਹੀਂ ਇਹਦੇ ਕੋਲ, ਦੁਨੀਆ ਕੋਲ ਕੋਈ ਐਸਾ ਤਾਕਤ ਨਹੀਂ ਬਣੀ ਹੋਈ ਕਿ ਬੰਦੇ ਨੂੰ ਬਚਾ ਸਕੇ। ਪਰਮੇਸ਼ਰ ਨੇ ਰੱਖਣਾ ਤੇ ਰੱਖ ਲੈਣਾ, ਜੇ ਉਹਨੇ ਮਾਰਨਾ ਤੇ ਮਾਰ ਦੇਣਾ। ਪਹਿਲਾਂ ਹੀ ਲਿਖ ਕਰਕੇ ਸਭ ਕੁਝ ਉਹਨੇ ਭੇਜਿਆ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਦੀ ਸੰਗਤ ਕਰਦਾ ਹੈ ਇੱਕ ਬਾਲਕ ਬੱਚਾ ਹੈ, ਉਮਰ ਦਾ ਕੋਈ 10-12 ਸਾਲ ਹੋਏਗੀ, 8 ਸਾਲ ਹੋਏਗੀ। ਉਹਦਾ ਇਤਿਹਾਸ ਵਿੱਚ ਨਾਮ ਇਹ ਆਉਂਦਾ ਹੈ ਭਾਈ ਤਾਰੂ ਪੋਪਟ, ਤੇ ਸਿਰਲੇਖ ਇਹ ਆਉਂਦਾ ਹੈ ਸੰਤ ਬਾਲਕਾ। ਇਹ ਬਚਪਨ ਦੇ ਵਿੱਚ ਹੀ ਸੰਤ ਬਣ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਉਂਦੇ ਨੇ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਕਥਾ ਕਰਦੇ ਨੇ। ਸਿੱਖਾਂ ਕੋਲੋਂ ਮਹਾਰਾਜ ਸਾਹਿਬ ਜੀ ਨੇ ਇੱਥੇ ਖੇਤੀ ਕਰਵਾਈ। ਇੱਕ ਬੱਚਾ ਵੀ ਸੰਗਤ ਵਿੱਚ ਰੋਜ਼ ਆਇਆ ਕਰੇ। ਮਹਾਰਾਜ ਸਾਹਿਬ ਜੀ ਸਿੱਖਾਂ ਨੂੰ ਕਹਿੰਦੇ ਇਹ ਬੱਚਾ ਜਿਹੜਾ ਹੈ ਰੋਜ਼ ਆਉਂਦਾ ਹੈ, ਇਹਨੂੰ ਅੱਜ ਰੋਕ ਲਿਓ, ਇਹਨੂੰ ਕੁਝ ਪੁੱਛਣਾ ਹੈ ਆਪਾਂ, ਇਹਦੇ ਕੋਲ ਕੁਝ ਜਵਾਬ ਲੈਣੇ ਨੇ। ਇਹ ਕਿਉਂ ਆਉਂਦਾ ਹੈ ਇੱਥੇ? ਜਦੋਂ ਅਗਲੇ ਸਵੇਰ ਅੰਮ੍ਰਿਤ ਵੇਲੇ ਆਇਆ, ਆਸਾ ਦੀ ਵਾਰ ਦਾ ਭੋਗ ਪੈ ਗਿਆ, ਸਮਾਪਤੀ ਹੋਈ, ਤੇ ਮਹਾਰਾਜ ਸਾਹਿਬ ਦੇ ਸਿੱਖਾਂ ਨੇ ਕਿਹਾ ਤੈਨੂੰ ਗੁਰੂ ਸਾਹਿਬ ਜੀ ਬੁਲਾਉਂਦੇ ਹਨ, ਚੱਲ ਸਤਿਗੁਰੂ ਜੀ ਦੇ ਕੋਲ। ਰੋਜ਼ ਸਾਧ ਸੰਗਤ ਜੀ ਪਿੱਛੇ ਮਹਾਰਾਜ ਦੇ ਬੈਠ ਕਰਕੇ ਨੇੜੇ ਬਾਣੀ ਸੁਣੇ, ਕਥਾ ਸੁਣਿਆ ਕਰੇ। ਸਤਿਗੁਰੂ ਕੋਲ ਲੈ ਗਏ ਤੇ ਪੁੱਛਿਆ ਕਿ ਬੱਚਾ ਇਹ ਦੱਸ ਕਿ ਤੈਨੂੰ ਕੀ ਮਜਬੂਰੀ ਪੈ ਗਈ ਹੈ? ਸੁਣਨ ਵਾਲੀ ਕਥਾ ਹੈ। ਤੈਨੂੰ ਕੀ ਏਡੀ ਵੱਡੀ ਮਜਬੂਰੀ ਪੈ ਗਈ? ਤੇਰਾ ਤੇ ਅਜੇ ਬਚਪਨਾ ਹੀ ਹੈ। ਤੇ ਬੱਚਿਆਂ ਦਾ ਇਹ ਧਰਮ ਹੁੰਦਾ ਕਿ ਉਹ ਰੱਜ ਕੇ ਸੌਂਦੇ ਨੇ, ਰੱਜ ਕੇ ਖੇਡਦੇ ਨੇ, ਰੱਜ ਕੇ ਭੋਜਨ ਖਾਂਦੇ ਨੇ, ਮਾਂ ਪਿਓ ਉਹਨਾਂ ਨੂੰ ਰੱਜ ਕੇ ਪਿਆਰ ਕਰਦੇ ਹਨ। ਤੇਰਾ ਤੇ ਬਚਪਨ ਹੈ, ਤੂੰ ਇਹ ਕੰਮ ਕਰ। ਕਹਿਣ ਲੱਗਾ ਗੁਰੂ ਨਾਨਕ ਦੇਵ ਸਾਹਿਬ ਜੀ ਇੱਦਾਂ ਨਹੀਂ, ਮੈਂ ਆਪ ਜੀ ਦੀ ਸੰਗਤ ਇਸ ਵਾਸਤੇ ਕਰਨ ਲੱਗਾ ਕਿ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਆਖਿਆ ਕਿ ਬੱਚਾ ਜਾ ਉਹ ਅੱਗ ਲੈ ਕੇ ਆ। ਪੁਰਾਣਾ ਸਮਾਂ ਸੀ, ਅੱਗ ਲੋਕੀ ਦਬਾ ਛੱਡਦੇ ਸੀ, ਨੱਪ ਛੱਡਣੀ, ਆਪਾਂ ਪ੍ਰਸ਼ਾਦਾ ਪਕਾਈਏ। ਅੱਗ ਲਿਆ ਕੇ ਮੈਂ ਚੁੱਲ੍ਹੇ ਦੇ ਵਿੱਚ ਰੱਖ ਦਿੱਤੀ ਤੇ ਅੱਗ ਜਿਹੜੀ ਧੁਖਦੀ ਸੀ ਉਹਨੂੰ ਬਾਲਣਾ ਸੀ, ਬਲੇ ਨਾ। ਮਾਤਾ ਨੂੰ ਕਹਿੰਦਾ ਮਾਤਾ ਅੱਗ ਨਹੀਂ ਮੇਰੇ ਤੋਂ ਬਲਦੀ। ਮਾਂ ਕਹਿੰਦੀ ਇੱਦਾਂ ਨਹੀਂ ਬਲਣੀ, ਤੂੰ ਵੱਡੀਆਂ ਲੱਕੜਾਂ ਨੂੰ ਚੁੱਕ ਤੇ ਪਹਿਲਾਂ ਛੋਟੀਆਂ ਰੱਖ, ਫਿਰ ਵੱਡੀਆਂ ਰੱਖ, ਬਲ ਪਏਗੀ। ਮਹਾਰਾਜ ਅੱਗ ਬਲ ਪਈ ਤੇ ਵੇਖਦਿਆਂ ਹੀ ਛੋਟੀਆਂ ਲੱਕੜਾਂ ਭਸਮ ਕਰ ਦਿੱਤੀਆਂ ਉਸਨੇ। ਆਪਣਾ ਸੁਭਾਅ ਸੀ, ਛੋਟੇ ਜਿਹੇ ਕੋਈ ਤੀਲੇ ਉਹਨਾਂ ਨੂੰ ਤੋੜ ਕੇ ਰੱਖ ਦਿੰਦੇ ਹਾਂ ਪਹਿਲਾਂ। ਤਾਂ ਮਹਾਰਾਜ ਸਾਹਿਬ ਜੀ ਉਹ ਦੇਖਦਿਆਂ ਦੇਖਦਿਆਂ ਸੜ ਗਈਆਂ। ਤੇ ਮੇਰੇ ਮਨ ਵਿੱਚ ਇੱਕ ਵਿਚਾਰ ਪੈਦਾ ਹੋਈ ਕਿ ਅੱਗ ਦਾ ਧਰਮ ਹੈ, ਇਹ ਛੋਟੇ ਨੂੰ ਵੀ ਨਹੀਂ ਛੱਡਦੀ, ਇਹ ਵੱਡੇ ਨੂੰ ਵੀ ਨਹੀਂ ਛੱਡਦੀ। ਤੇ ਮੇਰੇ ਮਨ ਵਿੱਚ ਇਹ ਗਿਆਨ ਆਇਆ ਕਿ ਕੋਈ ਪਤਾ ਨਹੀਂ ਕਾਲ ਕਦੋਂ ਤੈਨੂੰ ਵੀ ਲੈ ਜਾ ਸਕਦਾ ਹੈ, ਕੋਈ ਲਿਹਾਜ਼ ਨਹੀਂ ਹੈ। ਕਬੀਰ ਕਹਿੰਦੇ ਨੇ ਬਾਰੇ ਬੂਢੇ ਤਰਨੇ ਭਈਆ, ਸਭੂ ਜੰਮ ਲੈ ਜਈ ਹੈ ਰੇ। ਉਹ ਨਾ ਬੱਚਿਆਂ ਨੂੰ
ਨਾ ਨੌਜਵਾਨਾਂ ਨੂੰ ਨਾ ਬਜ਼ੁਰਗਾਂ ਨੂੰ। ਪਤਾ ਨਹੀਂ ਕਿਸ ਉਮਰ ਦੇ ਵਿੱਚ ਕਦੋਂ ਮੌਤ ਆ ਜਾਣੀ ਹੈ। ਇਹ ਕਾਲ ਹੈ ਇਸ ਤਰ੍ਹਾਂ ਦਾ। ਪਰ ਬੰਦਾ ਸਾਰੀ ਉਮਰ ਕਾਚੀ ਦੇਹ ਮੋਹ ਫੁਨ ਬਾਂਦੀ 60 ਕਠੋਰ ਕੁਚੀਲ ਕੋ ਗਿਆਨੀ। ਕੱਚਾ ਸਰੀਰ ਹੈ, ਰੇਤੇ ਦੀ ਕੰਧ ਵਰਗਾ ਹੈ। ਜਿਵੇਂ ਕਿੰਨਾ ਚਿਰ ਇਹਨੂੰ ਨੱਪ ਕਰਕੇ ਖਿਲਾਰ ਕਰਕੇ ਰੱਖੇਗਾ, ਜਦੋਂ ਧੁੱਪ ਪੈ ਗਈ ਉਦੋਂ ਹੀ ਰੇਤਾ ਖਿੱਲਰ ਜਾਣੀ ਹੈ। ਇਹ ਸਰੀਰ ਤੇ ਜਦੋਂ ਕਾਲ ਰੂਪੀ ਧੁੱਪ ਪੈ ਗਈ, ਸੂਰਜ ਚੜ੍ਹ ਆਇਆ, ਉਦੋਂ ਹੀ ਸਰੀਰ ਖਤਮ ਹੋ ਜਾਣਾ ਹੈ। ਇਹ ਨਹੀਂ ਰਵੇਗਾ ਸਦਾ ਚਿਰ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਇਸ ਤਰ੍ਹਾਂ ਕਰ, ਤੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ। ਜੇ ਮੌਤ ਤੋਂ ਬਚਣਾ ਹੈ ਨਾ, ਕਿਉਂਕਿ ਤੂੰ ਪਰ ਧਨ ਪਰ ਅਪਵਾਦ ਨਾਰ ਨਿੰਦਾ ਜਹ ਮੀਠੀ ਜੀ ਮਾਹੇ ਹਿਤਾਨੀ। ਪਰਾਈ ਨਿੰਦਿਆ ਕਰਦਾ ਰਹਿੰਦਾ ਹੈ, ਪਰਾਇਆ ਤਨ ਸਰੀਰ ਦੇਖਦਾ ਰਹਿੰਦਾ ਹੈ, ਪਰਾਏ ਧਨ ਨੂੰ ਲੁੱਟਣ ਦਾ ਮਨ ਵਿੱਚ ਭਰੋਸਾ ਪਾਲੀ ਬੈਠਾ ਹੈ। ਇਹ ਸਾਰਾ ਕੁਝ ਤੈਨੂੰ ਬੜਾ ਮਿੱਠਾ ਲੱਗਦਾ ਹੈ ਤੇ ਬਲਬੰਚ ਸ਼ਬ ਕਰਤ ਉਪਾਵਾ, ਬੜੇ ਬਲਸ਼ਲ ਤੂੰ ਕਰਦਾ ਰਹਿੰਦਾ ਯਤਨ। ਪਰਮੇਸ਼ਰ ਤੈਨੂੰ ਵੇਖ ਰਿਹਾ ਹੈ, ਉਹ ਅੰਤਰਜਾਮੀ ਹੈ। ਸੀਲ ਧਰਮ, ਹੁਣ ਮਹਾਰਾਜ ਇੱਥੇ ਗੱਲ ਟਿਕਾਉਂਦੇ ਨੇ ਕਿ ਮੇਰੇ ਵਿੱਚ ਦੋਸ਼ ਨੇ ਮਹਾਰਾਜ। ਸਤਿਗੁਰੂ ਸੀਲ ਧਰਮ ਦਇਆ ਸੁਚ ਨਾਸਤ, ਆਇਓ ਸ਼ਰਨ ਜੀ ਕੇ ਦਾਨੀ। ਮੇਰੇ ਕੋਲ ਸੀਲ ਧਰਮ ਸੁਚਮ ਨਹੀਂ ਹੈ। ਮੇਰੇ ਕੋਲ ਮਹਾਰਾਜ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਮਹਾਰਾਜ ਮੇਰੇ ਕੋਲ ਧਰਮ ਨਹੀਂ ਹੈ, ਮੇਰੇ ਕੋਲੋਂ ਸ਼ੁਭ ਗੁਣ ਨਹੀਂ ਹਨ। ਤੁਸੀਂ ਆਪ ਹੀ ਕਿਰਪਾ ਕਰਕੇ ਮੇਰੀ ਬਾਂਹ ਸੰਸਾਰ ਦੇ ਵਿੱਚੋਂ ਫੜ ਲਵੋ, ਅੰਗ ਸੰਗ ਮੇਰੇ ਸਹਾਈ ਹੋਵੋ। ਮੇਰਾ ਲੋਕ ਤੇ ਪਰਲੋਕ ਮੇਰਾ ਪਰਦਾ ਕੱਜ ਲਓ। ਸੀਲ ਧਰਮ ਦਇਆ ਸੁਚ ਨਾਸਤ, ਆਇਓ ਸ਼ਰਨ ਜੀ ਕੇ ਦਾਨੀ। ਮਹਾਰਾਜ ਸਾਹਿਬ ਜੀ, ਧਰਮ ਮੇਰੇ ਕੋਲ ਨਹੀਂ ਹੈ, ਪਾਪਾਂ ਤੇ ਵਿਕਾਰਾਂ ਦਾ ਮੈਂ ਭਰਿਆ ਹੋਇਆ ਹਾਂ। ਸਤਿਗੁਰੂ ਕਹਿੰਦੇ ਨੇ ਜੀਵ ਦੇ ਕਿੰਨੇ ਕੁ ਪਾਪ ਤੇ ਵਿਕਾਰ ਨੇ, ਲੇਖੈ ਕਤੇ ਨਾ ਛੂਟੀਆ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਤਾਂ ਇੰਨੇ ਇਹਦੇ ਕੋਲ ਵਿਕਾਰ ਨੇ ਕਿ ਜਿਵੇਂ ਸਮੁੰਦਰ ਦਾ ਪਾਣੀ ਹੋਵੇ, ਉਹ ਲਵਾ ਲਵ ਭਰਿਆ ਹੈ। ਇਹਦੇ ਜੀਵਨ ਵਿੱਚ ਵੀ ਵਿਕਾਰ ਪਾਪ ਲਵਾ ਲਵ ਹੀ ਭਰੇ ਪਏ ਹਨ। ਤੇ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਤੁਸੀਂ ਜੀਆਂ ਦੇ ਉੱਪਰ ਦਇਆ ਕਰਨ ਵਾਲੇ ਦਾਤੇ ਹੋ, ਆਇਓ ਸ਼ਰਨ ਜੀ ਕੇ ਦਾਨੀ। ਦਾਤਾ ਜੀ, ਜੀਵਨ ਦਾਨ ਦੇਣ ਵਾਲੇ, ਮੈਂ ਤੁਹਾਡੀ ਸ਼ਰਨ ਆਇਆ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ। ਰਾਖੋ ਰਾਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਮੈਂ ਤੇਰੇ ਦਰ ਦਾ ਗੁਲਾਮ ਹਾਂ, ਤੇਰਾ ਆਸਰਾ ਤੇਰੀ ਸ਼ਰਨ ਗ੍ਰਹਿਣ ਕਰਕੇ ਆਇਆ ਹਾਂ। ਮਹਾਰਾਜ ਮੇਰੇ ਤੇ ਕਿਰਪਾ ਇਹ ਕਰ, ਕਿਉਂਕਿ ਸੱਚੇ ਪਾਤਸ਼ਾਹ ਤੂੰ ਕਾਰਨ ਕਰਨ ਸਮਰੱਥ ਸ੍ਰੀ ਧਰ। ਤੁਸੀਂ ਸਾਰੇ ਹੀ ਕਾਰਨਾਂ ਦੇ ਮਹਾਰਾਜ ਸਾਹਿਬ ਜੀ ਕਾਰਨ ਵਾਲੇ, ਕਾਰਜ ਰੂਪ ਹੋ, ਕਰਨ ਵਾਲੇ ਹੋ। ਮਾਇਆ ਦੇ ਤੁਸੀਂ ਪਤੀ ਹੋ ਮਹਾਰਾਜ ਸਾਹਿਬ ਜੀ। ਤੇ ਸੱਚੇ ਪਾਤਸ਼ਾਹ ਕਿਰਪਾ ਇਹ ਕਰੋ, ਰਾਖ ਲਿਓ ਨਾਨਕ ਕੇ ਸੁਆਮੀ। ਮੈਨੂੰ ਰੱਖ ਲੈਣਾ ਕਰੋ ਆਪਣੀ ਸ਼ਰਨ ਦੇ ਵਿੱਚ, ਮੇਰਾ ਵੀ ਉਧਾਰ ਕਰ ਦਿਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਮਹਾਰਾਜ ਕਹਿੰਦੇ ਨੇ ਮੇਰੇ ਵਿੱਚ ਵਿਕਾਰ ਹੈ, ਅਵਗੁਣਾਂ ਵਿੱਚ ਭਰੇ ਹੋਏ ਹਨ। ਇੱਕ ਵੀ ਗੁਣ ਮੇਰੇ ਵਿੱਚ ਨਹੀਂ ਹੈ ਕੋਈ ਧਰਮ ਦਾ। ਮਾਇਆ ਦੀ ਜ਼ਹਿਰ ਦੇ ਵਿੱਚ ਫਸੇ ਹਾਂ, ਪਰਿਵਾਰ ਦੇ ਮੋਹ ਵਿੱਚ ਫਸੇ ਹਾਂ। ਤੇ ਭੱਟ ਸਾਹਿਬ ਬੇਨਤੀ ਕੀ ਕਰਦੇ ਨੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ। ਜਮਾਂ ਦਾ ਡਰ ਤੇਰੀ ਸੰਗਤ ਵਿੱਚ ਜਾਣ ਕਰਕੇ ਦੂਰ ਹੁੰਦਾ ਹੈ। ਇਹ ਉੱਤਮ ਪੰਥ ਹੈ, ਉੱਤਮ ਮਾਰਗ ਹੈ ਤੇਰੇ ਘਰ ਤੱਕ ਪਹੁੰਚ ਬਣਾਉਣ ਦਾ, ਵਾਹਿਗੁਰੂ ਤੱਕ ਪਹੁੰਚਣ ਦਾ। ਇਹਦੇ ਵਿੱਚ ਮਿਲਾ ਦਿਓ, ਸੰਗਤ ਵਿੱਚ ਜੋੜ ਦਿਓ। ਜਿਵੇਂ ਇਸ ਭਾਈ ਤਾਰੂ ਕੋਟ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੀ ਸੰਗਤ ਕਰਦਾ ਹਾਂ ਮਹਾਰਾਜ। ਤੇਰੀ ਸੰਗਤ ਉੱਤਮ ਵਧੀਆ ਰਸਤਾ ਹੈ ਰੱਬ ਤੱਕ ਪਹੁੰਚਣ ਦਾ, ਕਾਲ ਤੋਂ ਬਚਣ ਦਾ। ਮੈਨੂੰ ਇਸ ਮਾਰਗ ਤੇ ਪਾ ਦੇ।
ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਮੇਰੀ ਅਰਦਾਸ ਹੈ ਆਪਣੀ ਚਰਨ ਸ਼ਰਨ ਰੱਖਣਾ ਕਰੋ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਤੁਸੀਂ ਸੁਣਿਆ ਹੋਵੇਗਾ, ਪੜ੍ਹਿਆ ਹੋਵੇਗਾ ਕੁਝ ਗੁਰਸਿੱਖਾਂ ਨੇ। ਇਹ ਗੁਰੂ ਘਰ ਦੇ ਉੱਤਮ ਸਿੱਖ ਨੇ ਤੇ ਬੜੇ ਵੱਡੇ ਸਤਿਕਾਰਯੋਗ ਹਨ। ਇਹ ਸਿੱਖ ਦੇ ਅੰਦਰ ਦੀ ਭਾਵਨਾ ਹਮੇਸ਼ਾ ਇਹ ਹੋਣੀ ਚਾਹੀਦੀ ਹੈ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਿਛਣਾ, ਕਿ ਮੇਰੇ ਸੱਚੇ ਪਾਤਸ਼ਾਹ ਔਗਣ ਬਹੁਤ ਹਨ। ਜੇ ਮੈਂ ਗਿਣਤੀ ਕਰਾਂਗੇ ਮੇਰੇ ਕੋਲ ਧਰਮ ਹੈ, ਮੇਰੇ ਕੋਲ ਚੰਗੇ ਕਰਮ ਨੇ, ਤੇ ਗਿਣਤੀ ਮੇਰੇ ਪਾਪ ਕਰਮਾਂ ਨਾਲ ਬਰਾਬਰ ਨਹੀਂ ਪਹੁੰਚ ਸਕਦੀ। ਜੇ ਤੂੰ ਕਿਰਪਾ ਕਰੇ, ਤੁਸੀਂ ਦਇਆ ਕਰੋ, ਤੇ ਮੈਂ ਬਚ ਸਕਦਾ ਹਾਂ ਜਮਾਂ ਦੀ ਮਾਰ ਤੋਂ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਿੱਖਾ ਗੁਰੂ ਚਰਨਾਂ ਵਿੱਚ ਅਰਦਾਸ ਕਰ। ਸਿੱਖ ਹਮੇਸ਼ਾ ਜਪੀ ਤਪੀ ਹੋਵੇ, ਰਹਿਤ ਮਰਜ਼ਾਦਾ ਵਾਲਾ ਹੋਵੇ, ਪਰਪੱਕ ਹੋਵੇ ਗੁਰਸਿੱਖੀ ਵਿੱਚ, ਤਾਂ ਵੀ ਅਰਦਾਸ ਹੀ ਕਰੇ। ਭਗਤ ਵਸ਼ਲ ਸੁਣ ਹੋਤ ਨਿਰਾਸ਼ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ। ਕਹਿੰਦੇ ਜਦੋਂ ਤੇ ਮੈਂ ਸੁਣਦਾ ਕਿ ਪਰਮੇਸ਼ਰ ਵਾਹਿਗੁਰੂ ਜੀ ਹਨ ਜਿਹੜੇ, ਉਹ ਭਗਤ ਵਸ਼ਲ ਨੇ, ਭਗਤਾਂ ਨੂੰ ਪਿਆਰ ਕਰਨ ਵਾਲੇ ਨੇ, ਤਾਂ ਮੇਰੇ ਮਨ ਵਿੱਚ ਨਿਰਾਸ਼ਾ ਪੈਦਾ ਹੋ ਜਾਂਦੀ ਕਿ ਮੈਂ ਸਤਿਗੁਰੂ ਦਾ ਭਗਤ ਨਹੀਂ ਹਾਂ, ਮੈਂ ਸਿੱਖ ਨਹੀਂ ਹਾਂ। ਤੇ ਜਦੋਂ ਮੈਂ ਸੁਣਦਾ ਕਿ ਪਤਤ ਪਾਵਨ ਸੁਣ ਆਸਾ ਔਰ ਧਾਰ ਹੋ, ਕਿ ਉਹ ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ ਵਾਲੇ ਨੇ, ਫਿਰ ਮੇਰੇ ਮਨ ਦੇ ਵਿੱਚ ਆਸ ਵੱਧ ਜਾਂਦੀ ਹੈ। ਤੇ ਜਦੋਂ ਮੈਂ ਸੁਣਦਾ ਹਾਂ ਅੰਤਰ ਜਾਮੀ ਸੁਣ ਕੰਪਤ ਹੋ, ਅੰਤਰਗਤ ਦੀਨ ਕੋ ਦਇਆਲ ਸੁਣ ਭੈ ਭ੍ਰਮ ਟਾਰ ਹੋ। ਜਦੋਂ ਸੁਣਦਾ ਕਿ ਪਰਮੇਸ਼ਰ ਜੀ ਜਿਹੜੇ ਨੇ ਉਹ ਹਿਰਦਿਆਂ ਦੀ ਜਾਣਨ ਵਾਲੇ ਨੇ, ਅੰਤਰਜਾਮੀ ਨੇ, ਤੇ ਆ ਗਈ ਨਾ ਗੱਲ ਉੱਥੇ ਹੀ, ਬਲ ਬੰਚ ਛਪ ਕਰਤ ਉਪਾਵਾ, ਪੇਖਤ ਸੁਣਤ ਪ੍ਰਭ ਅੰਤਰਜਾਮੀ। ਇਹ ਬੜੇ ਗਲਤ ਕੰਮ ਕਰਦਾ, ਪਰ ਉਹ ਅੰਤਰਜਾਮੀ ਸਭ ਕੁਝ ਦੇਖਦਾ ਹੈ। ਫਿਰ ਮੈਂ ਅੰਦਰੋਂ ਕੰਮ ਜਾਂਦਾ, ਪਰ ਜਦੋਂ ਸੁਣਦਾ ਕਿ ਦੀਨਾਂ ਤੇ ਦਇਆ ਕਰਨ ਵਾਲੇ ਨੇ, ਦੀਨ ਦਿਆਲ ਨੇ, ਫਿਰ ਮੇਰਾ ਭਰਮ ਦੂਰ ਹੋ ਜਾਂਦਾ ਹੈ। ਜਲ ਧਰ ਸੰਗਮ ਕੈ ਅਫਲ ਸੇਮਲ ਦਰੁਮ। ਮੇਰੀ ਤੇ ਅਵਸਥਾ ਇੱਦਾਂ ਦੀ ਹੈ ਜਿਵੇਂ ਨਦੀ ਦੇ ਕੰਢੇ ਤੇ ਕੋਈ ਦਰਖਤ ਹੋਵੇ, ਉਹ ਜ਼ਿਆਦਾ ਚਿਰ ਨਹੀਂ ਰਹਿ ਸਕਦਾ। ਕਦੇ ਵੀ ਨਦੀ ਨੇ ਕੰਢਾ ਸੁੱਟ ਲੈਣਾ ਹੈ ਆਪਣੇ ਵਿੱਚ ਤੇ ਖਤਮ ਹੋ ਜਾਣੀ ਉਹਦੀ ਅਸਤੀ। ਆਪਣੀ ਕਰਨੀ ਕਰ ਪਾਵੋ ਨਰਕ ਹੂ ਨਾ ਠੌਰ, ਤੁਮਰੇ ਬਿਰਧ ਕਰ ਆਸਰੋ ਸੰਭਾਰ ਹੋ। ਆਪਣੇ ਕਰਤੂਤ ਕਰਕੇ ਤੇ ਮੈਨੂੰ ਨਰਕ ਵਿੱਚ ਵੀ ਜਗ੍ਹਾ ਨਾ ਮਿਲੇ, ਪਰ ਸੱਚੇ ਪਾਤਸ਼ਾਹ ਜਦੋਂ ਤੁਸੀਂ ਸੁਣਦਾ ਕਿ ਤੁਸੀਂ ਪਤਤ ਪਾਵਨ ਹੋ, ਦੀਨਾ ਬੰਧੂ ਹੋ, ਸਿੱਖ ਵਤਸਲ ਹੋ, ਤੇ ਫਿਰ ਮੈਨੂੰ ਤੇਰੇ ਚਰਨਾਂ ਵਿੱਚ ਥਾਂ ਮਿਲ ਸਕਦੀ ਹੈ। ਇਹ ਅਰਦਾਸ ਹੈ ਸਾਧ ਸੰਗਤ ਸਿੱਖ ਦੀ, ਕਿ ਮੈਂ ਔਗਣਾਂ ਦਾ ਭਰਿਆ ਹਾਂ, ਤੁਸੀਂ ਔਗਣਾਂ ਤੋਂ ਖਤਮ ਕਰ, ਔਗਣਾਂ ਤੋਂ ਰਹਿਤ ਕਰਨ ਵਾਲੇ ਹੋ, ਔਗਣਾਂ ਨੂੰ ਖਤਮ ਕਰਨ ਵਾਲੇ ਹੋ, ਗੁਣਾਂ ਦਾ ਪ੍ਰਕਾਸ਼ ਕਰਨ ਵਾਲੇ ਹੋ। ਤੇ ਮਹਾਰਾਜ ਸਾਹਿਬ ਤੁਹਾਡੇ ਚਰਨਾਂ ਵਿੱਚ ਮੇਰੀ ਇਹੀ ਅਰਦਾਸ ਹੈ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜਨਾ ਕਰੋ।